ਸ਼ੀਸ਼ਾ ਸੀਰੀਅਲ ਵੱਲੋਂ ਗੱਗਾ ਜੀ ਅੱਜ ਫਿਰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਤੁਸੀਂ ਪਿਛਲੇ ਦਿਨਾਂ ਦੇ ਵਿੱਚ 2-3 ਐਪੀਸੋਡ ਜਿਹੜੇ ਤਿਆਰ ਕੀਤੇ ਸੀਗੇ ਉਹਨਾਂ ਦੇ ਵਿੱਚ ਕਾਫੀ ਭਰਮਾ ਹੁੰਗਾਰਾ ਮਿਲਿਆ ਜੀ ਦਰਸ਼ਕਾਂ ਵੱਲੋਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦੇ ਰਹੇ ਆ। ਅਤੇ ਅੱਜ ਅਸੀਂ ਸਵਾਲ ਕਰਾਂਗੇ ਜੀ ਕਿ ਜਿਹੜੀ ਬੇਅਦਬੀ ਹੈ ਇਹਦੀ ਬਹੁਤ ਆਮ ਸਮਾਜ ਦੇ ਵਿੱਚ ਚਰਚਾ ਹੈ। ਕਿਵੇਂ ਬੇਅਦਬੀ ਦੇ ਪਿੱਛੇ ਕੌਣ ਲੋਕ ਹੈ, ਕਿਹੜੀ ਧਿਰ ਜਿਹੜੀ ਹੈ, ਜਾਂ ਇਹਨਾਂ ਵਿੱਚ ਕੌਣ ਸ਼ਰਾਰਤੀ ਕਿਸਮ ਦੇ ਲੋਕ ਕੰਮ ਕਰਦੇ ਆ, ਉਹਨਾਂ ਬਾਰੇ ਦੱਸੋ ਵੀ ਜਰਾ ਖੁੱਲ੍ਹ ਕੇ ਜਰਾ ਚਾਨਣਾ ਪਾਓ ਜੀ। ਸਾਰੇ ਸ਼ੀਸ਼ਾ ਟੀਵੀ ਦੇਖਣ ਵਾਲੇ ਦਰਸ਼ਕਾਂ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿਕਾਰ ਸਹਿਤ ਬੇਨਤੀ ਹੈ ਕਿ ਤੁਸੀਂ ਇਹਨਾਂ ਸ਼ਬਦਾਂ ਨੂੰ ਜਦੋਂ ਸੁਣੋਗੇ ਤਾਂ ਆਪਣੇ ਅੰਦਰ ਝਾਤੀ ਮਾਰ ਕੇ ਆਪ ਪਰਖ ਪੜਚੋਲ ਕਰਿਓ ਕਿ ਅਸੀਂ ਕੀ ਕਰ ਰਹੇ ਹਾਂ ਤੇ ਕੀ ਕਰਨਾ ਚਾਹੀਦਾ। ਹੁਣ ਬੇਅਦਬੀ ਦੇ ਜਿਹੜੇ ਸ਼ਬਦ ਨੇ, ਕਿਸੇ ਦਾ ਸਤਿਕਾਰ ਕਰਨਾ ਤੇ ਸਤਿਕਾਰ ਦੇ ਵਿਰੋਧ ਵਿੱਚ ਬੇਅਦਬੀ ਕਰਨੀ, ਇਹ ਸ਼ਬਦ ਸਾਡੇ ਸਮਾਜ 'ਚ ਪ੍ਰਚਲਿਤ ਨੇ, ਪਰ ਧਰਮ ਪੋਥੀਆਂ ਨਾਲ ਜ਼ਿਆਦਾ ਪ੍ਰਚਲਿਤ ਨੇ। ਜਦੋਂ ਗੁਰੂ ਸਾਹਿਬ ਨੇ ਧਰਮ ਪੋਥੀਆਂ ਲਿਖੀਆਂ ਨੇ ਸਾਡੀਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਆਪਾਂ ਕਹਿੰਦੇ ਆ, ਉਦੋਂ ਇਹਦਾ ਨਾਮ ਪੋਥੀ ਸੀ। ਪੋਥੀ ਪਰਮੇਸ਼ਰ ਕਾ ਥਾਨ, ਇਹ ਗੁਰਬਾਣੀ 'ਚ ਲਿਖਿਆ ਹੋਇਆ ਮਿਲਦਾ ਹੈ। ਤੇ ਉਦੋਂ ਪੋਥੀ ਨੂੰ ਸੰਭਾਲ ਕੇ ਰੱਖਣ ਵਾਸਤੇ ਅੱਜ ਵਾਂਗੂ ਕੋਈ ਸਾਧਨ ਨਹੀਂ ਸੀ। ਤੇ ਇਸ ਪੋਥੀ ਦੇ ਉੱਤੇ ਜਿਲਦ ਚੜਾਉਣ ਵਾਸਤੇ ਗੁਰੂ ਅਰਜਨ ਸਾਹਿਬ ਨੂੰ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਲਿਖਤ ਦੇ ਵਿੱਚ ਇਹ ਗੱਲਾਂ ਦਰਜ ਕੀਤੀਆਂ ਹੋਈਆਂ ਨੇ ਕਿ ਕੁਝ ਕਾਰੀਗਰ ਲਾਹੌਰ ਤੋਂ ਬੁਲਾ ਕੇ ਆਪਣੇ ਕੋਲੇ ਅੰਮ੍ਰਿਤਸਰ ਦੇ ਵਿੱਚ ਜਿਲਦ ਚੜਾਈ ਗਈ ਹੈ। ਗੁਰੂ ਗ੍ਰੰਥ ਸਾਹਿਬ ਜਦੋਂ ਤਿਆਰ ਕੀਤਾ ਗਿਆ, ਤੇ ਯਾਦ ਰੱਖਣਾ ਜਿਲਦ ਵੀ ਚਮੜੇ ਦੀ ਚੜੀ ਹੋਈ ਸੀ। ਤੇ ਜਿਹੜੇ ਅੱਜ ਚਮੜੇ ਦਾ ਵਿਰੋਧ ਜਾਂ ਅਦਬ ਦੀ ਗੱਲ ਕਰਦੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚਮੜੇ ਨਾਲੋਂ ਵਧੀਆ ਉਦੋਂ ਕੋਈ ਚੀਜ਼ ਜਿਲਦ ਵਾਸਤੇ ਹੈ ਹੀ ਨਹੀਂ ਸੀ। ਤੇ ਚਮੜੇ ਦੀਆਂ ਜਿਲਦਾਂ ਪੁਰਾਤਨ ਬੀੜਾਂ ਦੇ ਉੱਤੇ ਚੜਾਈਆਂ ਜਾਂਦੀਆਂ ਰਹੀਆਂ ਨੇ। ਗੁਰੂ ਅਰਜਨ ਸਾਹਿਬ ਨੇ ਆਪਣੀ ਮੌਜੂਦਗੀ 'ਚ ਇਹ ਕੰਮ ਕੀਤਾ ਤਾਂ ਕਿ ਇਸ ਪਾਵਨ ਬਾਣੀ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਜਾ ਸਕੇ। ਤੇ ਅੱਗੋਂ ਜਦੋਂ ਗੁਰੂ ਅਰਜਨ ਸਾਹਿਬ ਨੂੰ ਵੀ ਬਹੁਤ ਸਾਰੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਉਦੋਂ ਮੁਸ਼ਕਲਾਂ ਝੱਲਣੀਆਂ ਪਈਆਂ, ਤੇ ਅਖੀਰ ਨੂੰ ਉਹਨਾਂ ਦੇ ਇਹਨਾਂ ਕੰਮਾਂ ਨੂੰ ਦੇਖ ਕੇ ਸਮੇਂ ਦੀ ਹਕੂਮਤ ਨੇ ਸ਼ਹੀਦ ਕਰ ਦਿੱਤਾ ਗੁਰੂ ਅਰਜਨ ਸਾਹਿਬ ਨੂੰ। ਤੇ ਉਹ ਪੋਥੀਆਂ ਨਸ਼ਟ ਕਰਨ ਦਾ ਵੀ ਯਤਨ ਕੀਤਾ ਗਿਆ। ਅੰਮ੍ਰਿਤਸਰ ਮਾਝੇ ਦੇ ਇਲਾਕੇ 'ਚ ਅੱਜ ਤੱਕ ਉਹਨਾਂ ਦੀ ਬੋਲੀ ਦੇ ਵਿੱਚ ਗੁੜ ਸ਼ਬਦ ਨਹੀਂ ਆਉਂਦਾ। ਗੁੜ ਅਤੇ ਗੁਰ ਇਹ ਸ਼ਬਦ ਤਕਰੀਬਨ ਨੇੜੇ ਨੇੜੇ ਨੇ। ਗੁੜ ਕਹਿਣ ਦੇ ਨਾਲ ਗੁਰੂ ਯਾਦ ਆਉਂਦਾ ਹੈ। ਸਮੇਂ ਦੀ ਹਕੂਮਤ ਨੇ, ਜ਼ਕਰੀਆ ਖਾਨ ਨੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਤੇ ਮਾਝੇ ਦੇ ਲੋਕ ਉਦੋਂ ਭੇਲੀ ਕਹਿਣ ਲੱਗ ਪਏ ਜਾਂ ਰੋੜੀ ਕਹਿਣ ਲੱਗ ਪਏ। ਗੁੜ ਕਹਿਣਾ ਤੇ ਉਹਨਾਂ ਨੇ ਰੋਕ ਲਾ ਦਿੱਤੀ, ਜਿਹੜੀ ਅੱਜ ਤੱਕ ਉਹਨਾਂ 'ਚ ਉਹ ਇੱਕ ਬੋਲਚਾਲ ਦਾ ਹਿੱਸਾ ਬਣ ਗਈ ਹੈ। ਤੇ ਫਿਰ ਜ਼ਕਰੀਆ ਖਾਨ ਨੇ ਇਹ ਵੀ ਹੁਕਮ ਕੀਤਾ ਕਿ ਜਿੱਥੇ ਕੋਈ ਬੀੜ ਮਿਲਦੀ ਹੈ, ਪੋਥੀ ਮਿਲਦੀ ਹੈ ਗੁਰਬਾਣੀ ਵਾਲੀ, ਉਹਨੂੰ ਜਾਂ ਤਾਂ ਅੱਗ ਵਿੱਚ ਸਾੜ ਦਿੱਤਾ ਜਾਵੇ ਜਾਂ ਖੂਹ ਆਦਿ 'ਚ ਦਰਿਆ 'ਚ ਪਾਣੀ 'ਚ ਸੁੱਟ ਕੇ ਨਸ਼ਟ ਕਰ ਦਿੱਤੀ ਜਾਵੇ। ਉਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਕਿਵੇਂ ਸਿੱਖਾਂ ਨੇ ਇਹ ਹੱਥ ਲਿਖਤ ਪੋਥੀਆਂ ਸਾਂਭ ਕੇ ਰੱਖੀਆਂ, ਇਹ ਬਹੁਤ ਡੂੰਘੇ ਅੰਦਰ ਝਾਤੀ ਮਾਰਨ ਦੇ ਨਾਲ ਹੀ ਥੋੜੀ ਬਹੁਤੀ ਗੱਲ ਸਮਝ ਆ ਸਕਦੀ ਹੈ ਕਿ ਕਿਵੇਂ ਝਾੜਾਂ 'ਚ ਸਿੱਖ ਰਹਿੰਦੇ ਨੇ, ਜੰਗਲਾਂ 'ਚ ਰਹਿੰਦੇ ਨੇ, ਖਾਣ ਪੀਣ ਦਾ ਕੋਈ ਸਮਾਨ ਨਹੀਂ, ਰਹਿਣ ਦਾ ਕੋਈ ਚੰਗਾ ਪ੍ਰਬੰਧ ਨਹੀਂ, ਤੇ ਪੋਥੀਆਂ ਦੀ ਸੰਭਾਲ ਦਾ ਪ੍ਰਬੰਧ ਵਧੀਆ ਕਿੱਥੋਂ ਹੋਵੇਗਾ। ਇੱਕ ਥਾਂ ਤੋਂ ਦੂਜੀ ਥਾਂ ਤੇ ਪੋਥੀਆਂ ਨੂੰ ਲਿਜਾਣ ਵਾਸਤੇ ਵੀ ਖੁਰਜੀਆਂ ਦੇ ਵਿੱਚ ਪਾ ਕੇ ਘੋੜਿਆਂ ਤੇ ਖੱਚਰਾਂ ਤੇ ਲੱਦ ਕੇ ਪੋਥੀ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਈ ਜਾਂਦੀ ਸੀ। ਅੱਜ ਵਾਂਗੂ ਹੋਕਾ ਨਹੀਂ ਸੀ ਦਿੱਤਾ ਜਾਂਦਾ ਕਿ 5 ਸਿੰਘ ਅੱਗੇ ਲੱਗੇ ਹੋਏ ਨੇ, ਚੌਰ ਹੈ, ਚਾਨਣੀ ਹੈ, ਢੋਲ ਢਮੱਕਾ ਵੱਜ ਰਿਹਾ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਇੱਥੋਂ ਦੀ ਲੰਘ ਰਿਹਾ, ਤੁਸੀਂ ਮੱਥੇ ਟੇਕੋ। ਜੇ ਕਿਤੇ ਇਹ ਕੰਮ ਉਦੋਂ ਸਿੱਖ ਕਰਨ ਲੱਗ ਪੈਂਦੇ ਤਾਂ ਦੁਸ਼ਮਣ ਦੀਆਂ ਫੌਜਾਂ ਨੇ ਆ ਕੇ ਨਾਲ ਦੀ ਨਾਲ ਇਹ ਬੀੜਾ ਨਸ਼ਟ ਕਰ ਦੇਣੀਆਂ ਸੀ। ਇਹਨਾਂ ਨੂੰ ਸੰਭਾਲ ਕੇ ਰੱਖਣ ਵਾਸਤੇ ਬਹੁਤ ਸਾਵਧਾਨੀ ਵਰਤੀ ਗਈ ਹੈ। ਇਹ ਤਾਂ ਆਧੁਨਿਕ ਕਾਢਾਂ ਨੇ ਜਿਹੜੀਆਂ ਅੱਜ ਤਰ੍ਹਾਂ ਤਰ੍ਹਾਂ ਦੀਆਂ ਅਸੀਂ ਚਾਨਣੀਆਂ, ਪੀੜੇ, ਚੌਰ ਅਤੇ ਇਹਨਾਂ ਦੇ ਸੇਵਾਦਾਰ, ਤਰ੍ਹਾਂ ਤਰ੍ਹਾਂ ਦੇ ਫੁੱਲ, ਦਰੀਆਂ ਅਤੇ ਸੁਗੰਧੀਆਂ ਇਹਨਾਂ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਚਾੜ ਰਹੇ ਹਾਂ। ਤੇ ਬੀੜਾਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਛਾਪੇਖਾਨੇ 'ਚੋਂ ਆ ਗਈਆਂ ਹੋਈਆਂ ਨੇ। ਤੇ ਇਹ ਸਾਰਾ ਕੁਝ ਤਾਂ ਆਧੁਨਿਕ ਕਾਢਾਂ ਨੇ। ਪੁਰਾਤਨ ਸਮੇਂ 'ਚ ਇਦਾਂ ਨਹੀਂ ਸੀ ਤੇ ਸਿੱਖਾਂ ਨੂੰ ਉਹ ਮਨਜ਼ੂਰ ਸੀ, ਬੁਰਾ ਨਹੀਂ ਸੀ ਲੱਗਦਾ। ਗੱਲ ਇੱਕੋ ਹੀ ਸੀ ਕਿ ਗੁਰਬਾਣੀ 'ਚ ਲਿਖਿਆ ਕੀ ਹੈ, ਉਹਨੂੰ ਆਪਣੀ ਜ਼ਿੰਦਗੀ 'ਚ ਆਪਾਂ ਕਿਵੇਂ ਉਤਾਰਨਾ ਹੈ, ਚੰਗੇ ਇਨਸਾਨ ਕਿਵੇਂ ਬਣਨਾ ਹੈ,
ਇਹ ਚੀਜ਼ ਸੀ ਜਿਹੜੀ ਸਿੱਖਾਂ ਨੇ ਸਮਝਣੀ ਸੀ, ਪਰ ਇਸ ਗੱਲ ਦੀ ਸਮਝ ਨਹੀਂ ਆਈ ਤੇ ਸਮਾਂ ਪਾ ਕੇ ਇਹਨਾਂ ਅਦਬ ਦੇ ਨਾਂ ਤੇ ਕਮਾਈ ਤਾਂ ਕਰਨੀ ਸ਼ੁਰੂ ਕਰ ਦਿੱਤੀ, ਪੈਸੇ ਤਾਂ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਗ੍ਰੰਥ ਸਾਹਿਬ ਨੂੰ ਲਗਾਤਾਰ ਪੂਜਾ ਦਾ ਅਸਥਾਨ ਤਾਂ ਬਣਾ ਦਿੱਤਾ ਗਿਆ, ਮੂਰਤੀਆਂ ਵਾਂਗੂ ਸਾਰੇ ਲੋਕ ਇਹਨੂੰ ਮੱਥੇ ਟੇਕਣ ਲੱਗ ਪਏ। ਅੱਗੇ ਵੱਡੀਆਂ ਗੋਲਕਾਂ ਧਰ ਦਿੱਤੀਆਂ ਗਈਆਂ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਬਹੁਤੇ ਸਿੱਖਾਂ ਨੂੰ ਪਤਾ ਨਹੀਂ ਹੈ। ਮੱਥਾ ਗੋਲਕ ਨੂੰ ਟੇਕਦੇ ਆ, ਮਾਇਆ ਗੋਲਕ 'ਚ ਪਾਉਂਦੇ ਆ, ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਵੱਧ ਤੋਂ ਵੱਧ ਪਰਿਕਰਮਾ ਕਰ ਲੈਂਦੇ ਆ, ਜਾਂ ਜਿਹੜਾ ਕੀਰਤਨੀਆ ਹੈ ਉਹ ਤੋਂ ਥੋੜਾ ਬਹੁਤਾ ਕੀਰਤਨ ਦਾ ਪਾਠ ਦਾ ਉਹ ਪ੍ਰੋਗਰਾਮ ਸੁਣ ਲੈਂਦੇ ਆ। ਬਾਕੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਸਾਡੇ ਘਰਾਂ 'ਚ ਸਾਡੇ ਬਾਹਰ ਕੀ ਹੋ ਰਿਹਾ, ਗੁਰਬਾਣੀ ਕੀ ਕਹਿੰਦੀ ਹੈ, ਉਹ ਤੋਂ ਉਲਟ ਚੱਲਦੇ ਆ ਕਿ ਉਹਦੇ ਅਨੁਸਾਰ ਚੱਲਦੇ ਆ। ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ ਕਿ ਸਾਡਾ ਜੀਵਨ ਗੁਰਬਾਣੀ ਦੇ ਅਨੁਸਾਰ ਹੈ ਕਿ ਨਹੀਂ ਹੈ। ਇਹ ਗੱਲ ਸਭ ਤੋਂ ਮਹੱਤਵਪੂਰਨ ਹੈ, ਜਿਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਚੱਲਦੇ ਹਾਂ, ਅਸੀਂ ਪੂਰਾ ਇਹਦਾ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਹਾਂਜੀ, ਠੀਕ ਹੈ ਜੀ, ਤੁਸੀਂ ਵਧੀਆ ਥੋੜ੍ਹੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ। ਤੇ ਥੋੜ੍ਹਾ ਇਹ ਦੱਸੋਗੇ ਵੀ ਇਹਦੇ ਪਿੱਛੇ ਜਿਹੜੀ ਇੱਕ ਬੇਅਦਬੀ ਹੋਰ ਕਿਸਮ ਦੀ ਹੋ ਰਹੀ ਹੈ ਕਿ ਨੁਕਸਾਨਿਆ ਜਾਂਦਾ ਗ੍ਰੰਥ ਸਾਹਿਬ ਜੀ ਨੂੰ, ਤੇ ਕਈ ਵਾਰੀ ਉਹ ਫਿਰ ਕੁਛ ਲੋਕ ਫੜੇ ਵੀ ਗਏ ਆ ਮੌਕੇ 'ਤੇ, ਪਰ ਇਹ ਸਿੱਧ ਨਹੀਂ ਹੋਇਆ ਵੀ ਉਹਨਾਂ ਦੇ ਪਿੱਛੇ ਕੌਣ ਲੋਕ ਆ, ਹੈ ਜੀ, ਕਿਹੜੇ ਸ਼ਰਾਰਤੀ ਲੋਕ ਆ। ਇੱਦਾਂ ਇੱਥੇ ਤੱਕ ਨੌਬਤ ਕਿਉਂ ਆਉਂਦੀ ਹੈ ਜੀ? ਹਾਂਜੀ, ਕੋਈ ਲਿਖਤ ਚੀਜ਼ ਨੂੰ ਇੱਕ ਆਮ ਵੀ ਆਪਾਂ ਦੇਖਦੇ ਹਾਂ ਵੀ ਸਧਾਰਨ ਜਿਹੜੀ ਆਮ ਆਪਾਂ ਕਿਤਾਬਾਂ ਵੀ ਦੇਖਦੇ ਹਾਂ ਜਾਂ ਕੋਈ ਵੀ ਚੀਜ਼ ਹੁੰਦੀ ਆ, ਉਹਨੂੰ ਨੁਕਸਾਨ ਨਹੀਂ ਅਗਲਾ ਪਹੁੰਚਾਉਣਾ ਚਾਹੁੰਦਾ, ਤੇ ਇੱਕ ਮਿੱਥ ਕੇ ਜਿਹੜੀ ਚੀਜ਼ ਨੂੰ, ਜਿਸ ਚੀਜ਼ ਦੀ ਇੰਨੀ ਸਤਿਕਾਰ ਕੀਤਾ ਜਾਂਦਾ ਤੇ ਉਹਦਾ ਨੁਕਸਾਨ ਕੀਤਾ ਜਾਵੇ, ਤੇ ਇਹ ਪਿੱਛੇ ਕਿਹੜੇ ਸ਼ੈਤਾਨ ਲੋਕ ਆ? ਇਹ ਜੀ ਧਰਮ ਦੇ ਨਾਂ ਤੇ ਲੋਕ ਭੜਕ ਜਾਂਦੇ ਨੇ ਬਹੁਤ ਛੇਤੀ। ਤੇ ਇਸੇ ਤਰ੍ਹਾਂ ਇੱਕ ਹਿੰਦੂ ਨੌਜਵਾਨ ਨੇ ਸ਼ਰਾਬੀ ਹਾਲਤ ਦੇ ਵਿੱਚ ਆ ਥੋੜੇ ਦਿਨ ਹੋਏ ਨੇ ਟੀਵੀ ਤੇ ਸਾਰੀ ਖਬਰ ਆਈ ਹੈ, ਸ਼ਰਾਬੀ ਨਸ਼ੇ ਦੀ ਹਾਲਤ ਦੇ ਵਿੱਚ ਮੰਦਿਰ ਦੇ ਵਿੱਚ ਦਾਖਲ ਹੋ ਗਿਆ। ਉਹਨੇ ਕੁਝ ਮੂਰਤੀਆਂ ਨੂੰ ਥੋੜਾ ਬਹੁਤਾ ਨੁਕਸਾਨ ਕਰ ਦਿੱਤਾ। ਉੱਥੋਂ ਦੇ ਲੋਕਾਂ ਨੇ ਅਤੇ ਪੁਜਾਰੀਆਂ ਨੇ ਇਕੱਠੇ ਹੋ ਕੇ ਉਹਨੂੰ ਪਕੜ ਲਿਆ। ਪਹਿਲਾਂ ਤਾਂ ਉਸ ਤਰ੍ਹਾਂ ਬਹੁਤ ਜ਼ਿਆਦਾ ਕੁੱਟਿਆ ਤੇ ਫਿਰ ਉਹਨੂੰ ਦਰਖਤ ਦੇ ਨਾਲ ਪੁੱਠਾ ਲਟਕਾ ਲਿਆ। ਬੇਅੰਤ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਗਿਆ ਬੇਰਹਿਮੀ ਦੇ ਨਾਲ, ਤੇ ਬਾਅਦ ਦੇ ਵਿੱਚ ਪੁਲਿਸ ਨੇ ਆ ਕੇ ਉਹਨੂੰ ਛੁਡਾਇਆ ਤੇ ਮਰਨ ਕਿਨਾਰੇ ਪਿਆ ਹੋਇਆ। ਇਹ ਸਾਰਾ ਕੁਝ ਧਰਮ ਦੇ ਨਾਂ ਤੇ ਇਉਂ ਲੋਕਾਂ 'ਚ ਭੜਕਾਹਟ ਪੈਦਾ ਹੋ ਜਾਂਦੀ ਹੈ। ਤੇ ਅਸੀਂ ਆਪਣੀਆਂ ਬਾਕੀ ਸਾਰੀਆਂ ਮੰਗਾਂ ਭੁੱਲ ਜਾਈਏ। ਜਦੋਂ ਕੋਈ ਧਰਮ ਪੁਸਤਕ ਦੀ ਜਾਂ ਮੂਰਤੀ ਦੀ ਬੇਅਦਬੀ ਕਰਦੇ ਦਾ ਪਤਾ ਲੱਗਦਾ, ਅਸੀਂ ਸੁਣਦੇ ਆ, ਸੋਚਣ ਸਮਝਣ ਤੋਂ ਬਿਨਾਂ ਅਸੀਂ ਮਰਨ ਮਾਰਨ ਤੇ ਉਤਰ ਆਉਂਦੇ ਆ, ਤਾਂ ਸਾਨੂੰ ਇਉਂ ਲੱਗਦਾ ਕਿ ਇਸ ਤਰ੍ਹਾਂ ਸਾਡੇ ਧਰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਤੇ ਕਈ ਲੋਕਾਂ ਨੇ ਫਿਰ ਇਸ ਦੀ ਖੱਟੀ ਖਾਣੀ ਸ਼ੁਰੂ ਕਰ ਲਈ ਹੈ। ਉਹ ਗਲਤੀ ਭਾਵੇਂ ਕੋਈ ਕਰਨ, ਗਲਤੀ ਭਾਵੇਂ ਕਿਸੇ ਦੀ ਹੋਵੇ, ਪਰ ਉਹ ਧਰਮ ਨੂੰ ਅੱਗੇ ਲੈ ਆਉਂਦੇ ਨੇ ਕਿ ਦੇਖੋ ਜੀ ਸਾਡੇ ਚਿੰਨ੍ਹਾਂ ਦੀ ਬੇਅਦਬੀ ਕਰ ਦਿੱਤੀ, ਸਾਡੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਗਈ, ਸਾਡੇ ਰਮਾਲੇ ਦੀ ਪੀੜੇ ਦੀ ਬੇਅਦਬੀ ਹੋ ਗਈ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ, ਜਾਂ ਉੱਥੇ ਰੱਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਉਹਦੀ ਠੀਕ ਤਰ੍ਹਾਂ ਸੰਭਾਲ ਨਹੀਂ ਹੁੰਦੀ, ਸੇਵਾ ਨਹੀਂ ਹੁੰਦੀ। ਇਹ ਗੱਲਾਂ ਉਛਾਲ ਕੇ ਉਭਾਰ ਕੇ ਤਾਂ ਫਿਰ ਲੋਕਾਂ ਦੇ ਅੰਦਰ ਭੜਕਾਹਟ ਪੈਦਾ ਕੀਤੀ ਜਾਂਦੀ ਹੈ। ਇਹ ਲੋਕ ਕੁਝ ਆਪਣੀਆਂ ਰੋਟੀਆਂ ਸੇਕਣ ਵਾਲੇ ਹੋਇਆ ਕਰਦੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਉੱਠ ਕੇ ਕੁਝ ਨਿਹੰਗਾਂ ਦਾ ਟੋਲਾ, ਜਿਹਦੇ ਕੋਲੇ ਕੋਈ ਅਧਿਕਾਰ ਨਹੀਂ ਇਹ ਕੰਮ ਕਰਨ ਦਾ, ਨਾ ਸ਼੍ਰੋਮਣੀ ਕਮੇਟੀ ਨੇ ਉਹਨੂੰ ਕੋਈ ਅਧਿਕਾਰ ਦਿੱਤਾ, ਨਾ ਅਕਾਲ ਤਖਤ ਦੇ ਜਥੇਦਾਰ ਨੇ ਕੋਈ ਅਧਿਕਾਰ ਦਿੱਤਾ, ਤੇ ਨਾ ਕਿਸੇ ਹੋਰ ਪ੍ਰਮੁੱਖ ਜਥੇਬੰਦੀ ਵੱਲੋਂ ਉਹ ਨੁਮਾਇੰਦੇ ਚੁਣੇ ਗਏ ਨੇ। ਪਰ ਇੰਦੌਰ ਜਾ ਕੇ ਉਹਨਾਂ ਨੇ ਜਾ ਕੇ ਘਰ ਘਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਸਿੰਧੀ ਭਾਈ ਜਿਹੜੇ ਕਿ ਸਹਿਜਧਾਰੀ ਆਪਾਂ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਦੀਆਂ ਉਹਨਾਂ ਨੇ ਬੀੜਾਂ ਆਪਣੇ ਘਰਾਂ 'ਚ ਪ੍ਰਕਾਸ਼ ਕਰਕੇ ਰੱਖੀਆਂ ਹੋਈਆਂ ਨੇ, ਤੇ ਉਹ ਅਣਜਾਣਪੁਣੇ ਦੇ ਵਿੱਚ ਮੂਰਤੀਆਂ ਵੀ ਕੋਲੇ ਰੱਖਦੇ ਨੇ, ਧੂਫ ਆਦਿਕ ਵੀ ਦਿੰਦੇ ਨੇ। ਤੇ ਉਹਨਾਂ ਨੇ ਇਹ ਸ਼ੋਰ ਮਚਾਇਆ ਇੱਧਰੋਂ ਗਏ ਬੰਦਿਆਂ ਨੇ ਕਿ ਇਹ ਬੇਅਦਬੀ ਹੈ, ਮੂਰਤੀਆਂ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਨਹੀਂ ਹੋਣੀਆਂ ਚਾਹੀਦੀਆਂ। ਤੇ ਇਹ ਉਹਨਾਂ ਨੇ ਪੁਲਿਸ ਕੋਲੇ ਵੀ ਸ਼ਿਕਾਇਤ ਕੀਤੀ, ਉਹਨਾਂ ਦੇ ਧਮਕੀਆਂ ਵੀ ਦਿੱਤੀਆਂ ਜਾ ਕੇ, ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ 90 ਦੇ ਨੇੜੇ ਤੇੜੇ ਸਰੂਪ ਚੁੱਕ ਕੇ ਗੁਰਦੁਆਰਿਆਂ 'ਚ ਪਹੁੰਚਾ ਦਿੱਤੇ। ਉਹ ਜਿਹੜੇ ਸਿੰਧੀ ਭਾਈ ਨੇ ਉਹ ਬਹੁਤ ਉਦਾਸ ਨੇ, ਰੋ ਰਹੇ ਨੇ, ਬੇਚੈਨ ਨੇ। ਉਹਨਾਂ ਦੇ ਇੱਕ ਮੁਖੀ ਨੇ ਇਹ ਵੀ ਬਿਆਨ ਦੇ ਦਿੱਤਾ ਕਿ ਅਸੀਂ ਆਪਣੇ ਸਨਾਤਨ ਧਰਮ ਦੇ ਵਿੱਚ ਫਿਰ ਵਾਪਸ ਚਲੇ ਜਾਂਦੇ ਆ। ਇੱਕ ਪਾਸੇ ਤਾਂ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਦਾ ਵਿਗਿਆਨਕ ਧਰਮ ਹੈ, ਬਾਬਾ ਨਾਨਕ ਨੇ ਵਿਗਿਆਨ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ,
ਤੇ ਇੱਕ ਪਾਸੇ ਉਹਨਾਂ ਨੂੰ ਬਾਣੀ ਪੜ੍ਹਨ ਤੋਂ ਰੋਕਣਾ। ਤੇ ਫਿਰ ਜੇ ਤੁਹਾਨੂੰ ਗੁਰਬਾਣੀ ਨਾਲ ਸੱਚਮੁੱਚ ਪਿਆਰ ਹੈ ਤੇ ਉਹਨਾਂ ਕੋਲੇ ਜਾ ਕੇ ਉਹਨਾਂ ਨੂੰ ਸਮਝਾਉਂਦੇ, ਮਤ ਦਿੰਦੇ, ਗੁਰਬਾਣੀ ਉਹਨਾਂ ਦੀ ਭਾਸ਼ਾ 'ਚ ਅਨੁਵਾਦ ਕਰਕੇ ਦਿੰਦੇ, ਵਧੀਆ ਅਰਥ ਕਰਕੇ ਦਿੰਦੇ, ਤੇ ਹੌਲੀ ਹੌਲੀ ਉਹਨਾਂ ਨੂੰ ਸਮਝ ਆ ਜਾਂਦੀ। ਮੈਂ ਇਹ ਵੀ ਪੜ੍ਹ ਚੁੱਕਿਆ ਬੇਅੰਤ ਕਿਤਾਬਾਂ ਦੇ ਵਿੱਚ ਕਿ ਪਿਛਲੇ ਸਮੇਂ 'ਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ, ਜੰਗ ਯੁੱਧ ਰੋਜ਼ ਲੜਨੇ ਪੈਂਦੇ ਸਨ, ਉਦੋਂ ਹਿੰਦੂ ਸਮਾਜ ਦੇ ਵਿੱਚੋਂ ਇਤਿਹਾਸਕ ਸੱਚਾਈਆਂ ਨੇ ਇਹ ਹਿੰਦੂ ਘਰਾਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਸਿੱਖ ਬਣਾ ਕੇ ਸਿੱਖ ਜਥੇਬੰਦੀ ਨੂੰ ਮਿਸਲਾਂ ਦੇ ਟਾਈਮ ਤੇ ਉਹਨਾਂ ਦੇ ਮੁਖੀ ਨੂੰ ਪੇਸ਼ ਕੀਤਾ ਜਾਂਦਾ ਸੀ ਕਿ ਅਸੀਂ ਆਪਣਾ ਪੁੱਤਰ ਸਿੱਖ ਬਣਾ ਕੇ ਤੁਹਾਡੇ ਹਵਾਲੇ ਕਰ ਰਹੇ ਹਾਂ, ਤੁਸੀਂ ਧਰਮ ਦੀ ਜਾਂ ਦੇਸ਼ ਦੀ ਜੰਗ ਲੜ ਰਹੇ ਹੋ, ਇਹ ਭਾਵੇਂ ਜਿਵੇਂ ਮਰਜ਼ੀ ਇਹਦੇ ਪ੍ਰਾਣ ਲੇਖੇ ਲੱਗ ਜਾਣ, ਅਸੀਂ ਕਿਸੇ ਨੂੰ ਕੋਈ ਲਾਂਭਾ ਨਹੀਂ ਦੇਵਾਂਗੇ। ਆਪਣੇ ਪੁੱਤਰ ਤੱਕ ਵੀ ਹਿੰਦੂ ਪਰਿਵਾਰਾਂ ਚੋਂ ਉਹ ਲੋਕ ਸੌਂਪਦੇ ਸੀ ਸਿੱਖਾਂ ਨੂੰ। ਤੇ ਫਿਰ ਆਪਣੀ ਵੱਡੀ ਬੇਟੀ ਕਿਸੇ ਸਿੱਖ ਲੜਕੇ ਨਾਲ ਵਿਆਹੁੰਦੇ ਸੀ ਹਿੰਦੂ ਪਰਿਵਾਰ, ਇਹਨੂੰ ਮਾਣ ਦੀ ਗੱਲ ਸਮਝਿਆ ਜਾਂਦਾ ਸੀ। ਤੇ ਉਦੋਂ ਜਿਹੜੇ ਸਿੱਖ ਲੜਦੇ ਹੋਏ ਇੰਨੇ ਮਰਦੇ ਸੀ, ਸ਼ਹੀਦ ਹੁੰਦੇ ਸੀ, ਜੇ ਉਹ ਇਸ ਤਰ੍ਹਾਂ ਹਿੰਦੂ ਸਮਾਜ ਦੇ ਵਿੱਚੋਂ ਲੜਕੇ ਲੜਕੀਆਂ ਨਾ ਸਾਡੇ ਵਿੱਚ ਆਉਂਦੇ ਤਾਂ ਸਾਡਾ ਖਾਤਮਾ ਹੋ ਜਾਣਾ ਸੀ। ਇਹਨਾਂ ਜਿਹੜਾ ਮੁਸੀਬਤਾਂ ਦਾ ਸਮਾਂ ਸਾਡੇ ਉੱਤੇ ਆਇਆ, ਫਿਰ ਇਹ ਅਸੀਂ ਝੱਲ ਨਹੀਂ ਸਕਣਾ ਸੀ, ਸਾਡੀ ਕੌਮ ਅੰਤ ਤੇ ਪਹੁੰਚ ਜਾਣੀ ਸੀ। ਤਾਂ ਇਹ ਚੀਜ਼ਾਂ ਸਾਹਮਣੇ ਰੱਖਣੀਆਂ ਨੇ ਕਿ ਅੱਜ ਵੀ ਉਹਨਾਂ ਨੂੰ ਜੇ ਗੁਰਬਾਣੀ ਦੇ ਨਾਲ ਜੋੜਾਂਗੇ, ਉਹਨਾਂ ਨੂੰ ਪਿਆਰ ਦੇ ਨਾਲ ਸਮਝਾਵਾਂਗੇ ਤਾਂ ਉਹ ਸਿੱਖ ਬਣ ਰਹੇ ਨੇ। ਪਹਿਲਾਂ ਸਹਿਜਧਾਰੀ ਨੇ ਤੇ ਫਿਰ ਹੌਲੀ ਹੌਲੀ ਉਹ ਪੂਰੀ ਤਰ੍ਹਾਂ ਜਿਵੇਂ ਅਸੀਂ ਮਰਿਆਦਾ ਵਾਲੇ ਸਿੱਖ ਕਹਿੰਦੇ ਆ ਉਹੀ ਜਿਹੇ ਵੀ ਬਣ ਜਾਣਗੇ। ਪਰ ਉਹਨਾਂ ਨੂੰ ਕੋਈ ਮਤ ਤਾਂ ਦੇਵੇ ਸਹੀ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬਿਆਨ ਦੇ ਦਿੱਤਾ, ਧਾਮੀ ਜੀ ਨੇ, ਕਿ ਅਸੀਂ ਉੱਥੇ ਟੀਮ ਭੇਜ ਰਹੇ ਹਾਂ, ਉਹਨਾਂ ਦੇ ਦੁੱਖ ਦਰਦ ਸੁਣਾਂਗੇ ਤੇ ਉਹ ਜਿਹੜੀਆਂ ਜਾਤੀਆਂ ਹੋਈਆਂ ਨੇ ਉਹਨੂੰ ਦੂਰ ਕਰਾਂਗੇ। ਅਕਾਲ ਤਖਤ ਦੇ ਜਥੇਦਾਰ ਨੇ ਵੀ ਇੱਕ ਬਿਆਨ ਦੇ ਦਿੱਤਾ ਕਿ ਅਸੀਂ ਮਸਲੇ ਦੀ ਡੂੰਘਾਈ ਤੱਕ ਜਾਵਾਂਗੇ। ਪਰ ਪਹਿਲਾਂ ਵੀ ਇਹੋ ਜਿਹੇ ਬੇਅੰਤ ਮਸਲੇ ਉੱਠ ਚੁੱਕੇ ਨੇ, ਇਹਨਾਂ ਨੇ ਕਦੇ ਵੀ ਕੁਝ ਨਹੀਂ ਕੀਤਾ, ਕੇਵਲ ਬਿਆਨ ਦਿੱਤੇ ਨੇ। ਇਸ ਕਰਕੇ ਸਿੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਜਿਨ੍ਹਾਂ ਨੇ ਇੱਧਰ ਆਉਣਾ ਸੀ ਉਹ ਵੀ ਆਉਣ ਤੋਂ ਆਨਾਕਾਨੀ ਕਰ ਰਹੇ ਨੇ। ਇਹ ਬੇਅਦਬੀ ਦੇ ਅਤੇ ਅਦਬ ਦੇ ਨਾਮ ਤੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹਦੇ ਕੋਈ ਨਿਯਮ ਸ਼੍ਰੋਮਣੀ ਕਮੇਟੀ ਨੂੰ ਘੜਨੇ ਚਾਹੀਦੇ ਨੇ ਕਿ ਅਦਬ ਕਿਵੇਂ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਬੇਅਦਬੀ ਕਿਵੇਂ ਹੁੰਦੀ ਹੈ। ਤੇ ਜਦੋਂ ਇਹ ਨਿਯਮ ਘੜੇ ਜਾਣਗੇ ਫਿਰ ਅਸੀਂ ਮੰਨ ਸਕਾਂਗੇ ਕਿ ਹਾਂ ਬੇਅਦਬੀ ਹੋਈ ਹੈ ਕਿ ਨਹੀਂ ਹੋਈ ਹੈ। ਐਵੇਂ ਨੌਜਵਾਨਾਂ ਨੂੰ ਪੜ੍ਹਾ ਕੇ ਲੜਾ ਕੇ ਨਾ ਮਾਰੋ। ਜਿਹੜੇ ਤੁਹਾਡੇ ਮਸਲੇ ਨੇ ਉਹਨਾਂ ਨੂੰ ਹੋਰ ਤਰੀਕੇ ਹੱਲ ਕਰੋ, ਪਰ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਵਿਚਕਾਰ ਨਹੀਂ ਲਿਆਉਣਾ ਚਾਹੀਦਾ। ਇਹ ਬਹੁਤ ਦੁਖਦਾਈ ਪੱਖ ਹੈ। ਠੀਕ ਹੈ ਜੀ, ਤੁਸੀਂ ਇਹ ਸਿੱਧ ਕੀਤਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਾਂ ਖੁਦ ਸਿੱਖ ਉਹ ਵੀ ਜ਼ਿੰਮੇਵਾਰ ਹੈ ਜੀ ਇਸ ਚੀਜ਼ ਦਾ ਕਿ ਬੇਅਦਬੀ ਜਿਹੜੀ ਹੋ ਰਹੀ ਹੈ ਉਹਦੇ ਲਈ ਵੀ ਜ਼ਿੰਮੇਵਾਰ ਹੈ। ਬਿਲਕੁਲ। ਤੇ ਇੱਕ ਗੱਲ ਸਿੱਧ ਹੋ ਗਈ ਆ ਕਿ ਜਿਹੜੇ ਲੋਕ ਬੇਅਦਬੀ ਕਰਦੇ ਆ ਉਹ ਇੱਕ ਟਾਰਗੇਟ ਬਣਾਉਂਦੇ ਆ ਕਿ ਜਿਹੜਾ ਲੋਕਾਂ ਦੇ ਨਾਲ ਨਫ਼ਰਤ ਇਹਨਾਂ ਸੰਸਥਾਵਾਂ ਦੇ ਨਾਲ ਹੋਊਗੀ ਉਹਨਾਂ ਦੀ, ਜਾਂ ਇਹਨਾਂ ਦੇ ਵਿੱਚ ਜਿਹੜੇ ਨੁਕਸ ਆ ਉਹ ਉਹਨਾਂ ਨੂੰ ਲੱਗਦੇ ਹੋਊਗੇ ਵੀ ਉਹਨਾਂ ਨੂੰ ਜਿਹੜੀ ਵੈਰ ਵਿਰੋਧ ਦੇ ਵਿੱਚ ਉਹ ਐਡਾ ਵੱਡਾ ਕਦਮ ਚੱਕਦੇ ਆ। ਤੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਰਾਜਨੀਤੀ ਤੋਂ ਵੱਖਰਾ ਕਰ ਲਿਆ ਜਾਵੇ, ਕਿਉਂਕਿ ਇਹਦੇ ਕਾਰਨ ਵੀ ਲੱਗਦਾ ਵੀ ਕਈ ਵਾਰੀ ਨਾ ਵੀ ਰਾਜਨੀਤੀ ਵੀ ਮੁੱਖ ਕਾਰਨ ਹੈਗੀ ਹੈ, ਕਿਉਂਕਿ ਦੂਜੀ ਜਿਹੜੀ ਰਾਜਨੀਤਿਕ ਧਿਰਾਂ ਹੈਗੀਆਂ ਉਹ ਥੱਲੇ ਡਾਊਨ ਕਰਨ ਲਈ ਤਾਂ ਇਹੋ ਜਿਹਾ ਰਾਜਨੀਤੀ ਕਰਦੀਆਂ, ਇਹ ਨੁਕਸਾਨ ਕਰਦੀਆਂ ਜਾਂ ਪਿੱਛੇ ਸਾਜ਼ਿਸ਼ਾਂ ਹੁੰਦੀਆਂ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦਾ ਕਰਨ ਲਈ ਪ੍ਰੇਰਿਆ ਜਾਂਦਾ ਹੋਊਗਾ, ਜਾਂ ਜਿਹੜੇ ਮਿੱਥ ਕੇ ਆਉਂਦੇ ਆ ਵੀ ਇੱਦਾਂ ਕਰਨਾ ਆ। ਹਾਂਜੀ, ਇਹ ਜਿਹੜੀ ਚੀਜ਼ ਆ ਇਹ ਆਪਾਂ ਨੂੰ ਸੋਚਣੀ ਪੈਣੀ ਆ ਵੀ ਇਹਦਾ ਕੀ ਹੱਲ ਹੈ ਜੀ। ਹੈ ਜੀ, ਕੀ ਰਾਜਨੀਤੀ ਤੋਂ ਆਪਾਂ ਨੂੰ ਨਖੇੜਾ ਨਹੀਂ ਕਰਨਾ ਚਾਹੀਦਾ? ਇਹ ਜੀ ਸਾਡੇ ਜਦੋਂ 1978 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਿਆ, ਉਹਦਾ ਵੀ ਰਾਜਨੀਤਿਕ ਲਾਹਾ ਲੈਣ ਵਾਸਤੇ ਜਾਣ ਬੁੱਝ ਕੇ ਪੰਜਾਬ ਦੀ ਸਰਕਾਰ ਨੇ ਉਦੋਂ ਇਹ ਕਰਵਾਇਆ, ਇਹਨੂੰ ਸਮੇਂ ਸਿਰ ਨਹੀਂ ਰੋਕਿਆ ਤੇ ਉਹਨੂੰ ਅੱਜ ਤੱਕ ਲਗਾਤਾਰ ਚੋਣਾਂ ਵੇਲੇ ਵਰਤਿਆ ਜਾਂਦਾ, ਉਭਾਰਿਆ ਜਾਂਦਾ। ਇੱਕ ਬਹੁਤ ਵੱਡਾ ਨਿਰੰਕਾਰੀ ਸਮਾਜ ਸਿੱਖਾਂ ਨਾਲੋਂ ਇਸੇ ਕਾਰਨ ਕਰਕੇ ਤੋੜ ਦਿੱਤਾ ਗਿਆ ਤੇ ਬਹੁਤ ਵੱਡੀ ਕਤਲੋਗਾਰਤ ਹੋਈ, ਲੋਕਾਂ ਦੇ ਵਿੱਚ ਬੇਚੈਨੀ ਪੈਦਾ ਕੀਤੀ ਗਈ ਤੇ ਇਹ ਸਿਲਸਿਲਾ ਅੱਜ ਤੱਕ ਵੀ ਰਾਜਨੀਤਿਕ ਲੋਕਾਂ ਨੇ ਖਤਮ ਨਹੀਂ ਕੀਤਾ। ਉਪਰੰਤ ਸੱਚੇ ਸੌਦੇ ਵਾਲਾ, ਰਾਮ ਰਹੀਮ ਵਾਲਾ, ਇਹਨੂੰ ਬਹੁਤ ਉਭਾਰਿਆ ਗਿਆ ਤੇ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜੇ ਗਏ, ਸੁੱਟੇ ਗਏ। ਇਹ ਕੀ ਤੋਂ ਸੁੱਟਵਾਏ, ਕਿਹਨੇ ਸੁੱਟੇ, ਤੇ ਉਹ ਬੰਦੇ ਪਕੜ ਵੀ ਲਏ ਗਏ ਤੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਭੇਜ ਦਿੱਤਾ ਗਿਆ
ਤੇ ਮੋਰਚਾ ਲਾਉਣ ਵਾਲਿਆਂ ਨੇ ਮੋਰਚਾ ਬਰਗਾੜੀ ਦਾ ਤੇ ਉੱਥੇ ਜਿਹੜਾ ਬਾਘੇ ਪੁਰਾਣੇ ਦੇ ਨੇੜੇ ਉਹ ਮੋਰਚਾ ਵੀ ਲੱਗਿਆ ਲੰਮੇ ਸਮੇਂ ਤੱਕ ਤੇ ਅਜੇ ਵੀ ਖਤਮ ਨਹੀਂ ਹੋਇਆ ਤੇ ਉਹਦੇ ਦੋਸ਼ੀ ਅੱਜ ਤੱਕ ਸਾਹਮਣੇ ਨਹੀਂ ਆ ਸਕੇ ਕਿ ਅਸਲ ਗੋਲੀ ਚਲਾਉਣ ਵਾਲਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਉਹ ਅਸਲੀ ਮੁਜਰਮ ਕੌਣ ਹੈ, ਕੋਈ ਅਫਸਰ ਹੈ ਜਾਂ ਰਾਜਨੇਤਾ ਹੈ। ਇਹ ਘਟਨਾਵਾਂ ਲਗਭਗ 15 ਦੇ ਵਿੱਚ ਵਾਪਰੀਆਂ ਨੇ, 7 ਸਾਲ ਹੋ ਗਏ ਨੇ ਤੇ ਕਿੰਨੇ ਕਮਿਸ਼ਨ ਬਣ ਗਏ ਨੇ, ਅੱਜ ਤੱਕ ਅਸਲੀਅਤ ਸਾਹਮਣੇ ਨਹੀਂ ਆ ਸਕੀ ਕਿ ਅਸਲੀ ਮੁਜਰਮ ਕੌਣ ਹੈ। ਤਾਂ ਇਹ ਸਾਰੇ ਕੁਝ ਰਾਜਨੀਤਿਕ ਲਾਹਾ ਖੱਟਣ ਵਾਸਤੇ ਰਾਜਨੀਤੀ ਵਾਲੀਆਂ ਪਾਰਟੀਆਂ ਮਗਰਮੱਛ ਦੇ ਹੰਝੂ ਤਾਂ ਬਹੁਤ ਘੇਰਦੀਆਂ ਨੇ, ਪਰ ਸੱਚ ਨੂੰ ਸਾਹਮਣੇ ਲਿਆਉਣਾ ਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਉਹ ਨਹੀਂ ਕਰਦੀਆਂ। ਅਗਲੀ ਗੱਲ ਕਿ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨਾ, ਇਹਨਾਂ ਲੋਕਾਂ ਨੇ ਧਰਮ ਨੂੰ ਰਾਜਨੀਤੀ ਦਾ ਮੋਹਰਾ ਬਣਾਇਆ ਹੋਇਆ ਹੈ ਤਾਂ ਕਿ ਜੇ ਰਾਜਨੀਤੀ ਇਸ ਤਰ੍ਹਾਂ ਜਦੋਂ ਸਮੇਂ ਤੇ ਵੋਟਾਂ ਪੈਣੀਆਂ ਨੇ ਉਦੋਂ ਧਰਮ ਨੂੰ ਨਾ ਵਰਤਿਆ ਗਿਆ ਤਾਂ ਫਿਰ ਇਹਨਾਂ ਨੂੰ ਵੋਟਾਂ ਕਿਹੜੇ ਕੰਮ ਤੇ ਨਾਲ ਪੈਣਗੀਆਂ, ਕਿਉਂਕਿ ਇਹ ਲੋਕਾਂ ਦੇ ਭਲੇ ਵਾਲੇ ਕੰਮ ਤਾਂ ਇਹਨਾਂ ਨੇ ਘੱਟ ਤੋਂ ਘੱਟ ਕੀਤੇ ਹੁੰਦੇ ਨੇ, ਫਿਰ ਧਰਮ ਦੀ ਹੀ ਵਰਤੋਂ ਜਾਂ ਦੁਰਵਰਤੋਂ ਕਰਦੇ ਨੇ। ਤੁਸੀਂ ਆਪ ਵੇਖ ਲਓ, ਮੈਂ ਤਾਂ ਆਪਣੀਆਂ ਨੋਟ ਕਰਕੇ ਕਿਤਾਬਾਂ ਦੇ ਵਿੱਚ ਮੈਟਰ ਪਾਇਆ ਹੋਇਆ ਹੈ। ਕਰੋੜਾਂ ਅਰਬਾਂ ਰੁਪਈਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਚੜਾਵਾ ਚਾੜਦੇ ਨੇ ਲੋਕ, ਉਹ ਪੈਸਾ ਅਕਾਲੀ ਦਲ ਦੀਆਂ ਵੋਟਾਂ ਵੇਲੇ ਚੋਣ ਫੰਡ ਵਾਸਤੇ ਖਰਚ ਦਿੱਤਾ ਜਾਂਦਾ ਹੈ ਤੇ ਹੋਰ ਜਿਹੜਾ ਨਜਾਇਜ਼ ਖਰਚੇ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਉਹ ਤਾਂ ਬੇਅੰਤ ਨੇ। ਹਰਚਰਨ ਸਿੰਘ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਸਕੱਤਰ ਰਿਹਾ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਸ਼੍ਰੋਮਣੀ ਕਮੇਟੀ 'ਚ ਹੁੰਦੀਆਂ ਧਾਂਦਲੀਆਂ ਉਹ ਪ੍ਰਗਟ ਕੀਤੀਆਂ ਨੇ, ਸਾਰੀਆਂ ਦਸੀਆਂ ਨੇ ਲਿਖ ਕੇ, ਤੇ ਉਹ ਕਿਤਾਬ ਸਾਰੇ ਕਿਤੇ ਪੜ੍ਹਨ ਨੂੰ ਮਿਲ ਜਾਂਦੀ ਹੈ। ਖੈਰ, ਤੇ ਸ਼੍ਰੋਮਣੀ ਕਮੇਟੀ ਵਾਲੇ ਕੁਝ ਬੰਦੇ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਬਣਦੇ ਨੇ। ਮੈਂ ਆਪ ਵੇਖਿਆ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਵਾਸਤੇ ਉਹ ਗੁਰੂ ਦਾ ਕਿੰਨਾ ਕੁ ਅਦਬ ਕਰਦੇ ਨੇ, ਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਵਾਸਤੇ ਧਰਮ ਦੇ ਪ੍ਰਚਾਰ ਵਾਸਤੇ ਕੰਮ ਕਰਨਾ, ਮੈਂਬਰ ਖੜੇ ਹੋਣਾ, ਉਹ ਸ਼ਰਾਬ ਦੀਆਂ ਪੇਟੀਆਂ ਵੰਡਦੇ ਮੈਂ ਆਪ ਵੇਖੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਮੀਦਵਾਰ। ਉਪਰੰਤ ਜਿਹੜਾ ਜਿੱਤ ਗਿਆ ਤੇ ਜਿੱਤਣ ਤੋਂ ਬਾਅਦ ਫਿਰ ਕੁਝ ਸਮੇਂ ਤੋਂ ਬਾਅਦ ਉਹੀ ਬੰਦਾ ਐਮਐਲਏ ਵਾਸਤੇ ਵੀ ਖੜਾ ਹੋ ਜਾਂਦਾ ਹੈ, ਭਾਵ ਕਿ ਧਰਮ ਦੇ ਨਾਂ ਤੇ ਗੱਦੀ ਲਈ ਤੇ ਜਦੋਂ ਇੱਕ ਵਾਰੀ ਨਾਮ ਸਾਹਮਣੇ ਆ ਗਿਆ ਫਿਰ ਰਾਜਨੀਤੀ ਵਾਲੀ ਗੱਦੀ ਵੀ ਲੈ ਲਈ ਤੇ ਫਿਰ ਮੰਤਰੀ ਵੀ ਬਣ ਗਏ ਤੇ ਇਸ ਤਰ੍ਹਾਂ ਧਰਮ ਤੇ ਰਾਜਨੀਤੀ ਨੂੰ ਕਦੇ ਇਕੱਠਾ ਕਰ ਲਿਆ। ਪਰ ਜਦੋਂ ਚੋਣਾਂ ਹੁੰਦੀਆਂ ਨੇ ਐਮਐਲਏ ਦੀਆਂ, ਐਮਪੀ ਦੀਆਂ, ਉਦੋਂ ਇਹ ਵੀ ਲਿਖ ਕੇ ਦੇਣਾ ਪੈਂਦਾ ਕਿ ਅਸੀਂ ਧਰਮ ਤੇ ਰਾਜਨੀਤੀ ਨੂੰ ਵੱਖਰਾ ਮੰਨਦੇ ਆ, ਉਦੋਂ ਇਹ ਫਾਰਮ ਵੀ ਭਰ ਕੇ ਦੇਣਾ ਪੈਂਦਾ ਤੇ ਇਸ ਤਰ੍ਹਾਂ ਇਹਨਾਂ ਅਕਾਲੀਆਂ ਤੇ ਮੁਕੱਦਮੇ ਵੀ ਦਰਜ ਹੋਏ ਨੇ। ਬਲਵੰਤ ਸਿੰਘ ਖੇੜਾ ਨੇ ਲਗਭਗ 20 ਸਾਲ ਤੋਂ ਉਹ ਮੁਕੱਦਮਾ ਲੜਦਾ ਆ ਰਿਹਾ ਪਰ ਅਦਾਲਤ ਨੇ ਅਜੇ ਤੱਕ ਫੈਸਲਾ ਨਹੀਂ ਕੀਤਾ ਕਿ ਇਹ ਲੋਕ ਧਰਮ ਦੀ ਦੁਰਵਰਤੋਂ ਕਰਦੇ ਨੇ ਰਾਜਨੀਤੀ ਵਾਸਤੇ, ਇਹਨਾਂ ਨੂੰ ਰੋਕਿਆ ਜਾਵੇ। ਇਹਨਾਂ ਦੀ ਪਾਰਟੀ ਦਾ ਜਿਹੜਾ ਚੋਣ ਚਿੰਨ੍ਹ ਹੈ ਅਤੇ ਨਾਮ ਹੈ ਅਕਾਲੀ ਦਲ ਉਹ ਰੱਦ ਕੀਤਾ ਜਾਵੇ, ਪਰ ਹਾਈ ਕੋਰਟ ਅਜੇ ਤੱਕ ਵੀ ਤਰੀਕਾ ਪਾਈ ਜਾ ਰਿਹਾ ਹੈ, ਉਹਦਾ ਨਿਬੇੜਾ ਨਹੀਂ ਕਰ ਰਿਹਾ। ਖੈਰ, ਧਰਮ ਦੀ ਬਹੁਤ ਦੁਰਵਰਤੋਂ ਹੋਈ ਹੈ, ਰਾਜਨੀਤਿਕ ਲੋਕਾਂ ਨੇ ਕੀਤੀ ਹੈ। ਇਹਨਾਂ ਨੂੰ ਤਾਂ ਇਹ ਇੱਕ ਖਿਡੌਣਾ ਮਹਿਸੂਸ ਹੁੰਦਾ ਹੈ, ਇਹ ਪੈਸੇ ਦੀ ਵੀ ਵਰਤੋਂ ਕਰਦੇ ਨੇ ਅਤੇ ਉਸ ਪ੍ਰਬੰਧ ਦੇ ਵਿੱਚੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਆਂ ਗੱਲਾਂ ਨੇ ਉਹਦੀਆਂ ਆਪਣੇ ਨਾਮ ਨਾਲ ਜੋੜ ਕੇ ਕਿ ਮੈਂ ਧਰਮ ਦਾ ਰਾਖਾ ਹਾਂ, ਮੈਂ ਸਿੱਖ ਹਾਂ, ਆਹ ਮੇਰੀ ਨੀਲੀ ਪੱਗ ਹੈ, ਆਹ ਮੇਰੀ ਲੰਮੀ ਦਾੜੀ ਹੈ, ਆਹ ਮੇਰੇ ਗਾਤਰੇ ਕਿਰਪਾਨ ਪਾਈ ਹੈ, ਮੈਂ ਅੰਮ੍ਰਿਤ ਛਕਿਆ ਹੋਇਆ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦਾ। ਇਹਨਾਂ ਨਾਵਾਂ ਤੇ ਫਿਰ ਵੋਟਾਂ ਵੀ ਲੈਂਦੇ ਨੇ ਤੇ ਬਾਅਦ ਦੇ ਵਿੱਚ ਫਿਰ ਉਹ ਕੁਰਾਹੇ ਵੀ ਪੈਂਦੇ ਨੇ, ਰਿਸ਼ਵਤਾਂ ਵੀ ਲੈਂਦੇ ਨੇ, ਸ਼ਰਾਬਾਂ ਦੀ ਵੰਡ ਵੀ ਕਰਦੇ ਨੇ। ਇਹ ਸਾਰਾ ਕੁਝ ਆਪ ਦੁਰਵਰਤੋਂ ਕਰ ਰਹੇ ਨੇ, ਪਰ ਮੱਥੇ ਮੜ ਰਹੇ ਨੇ ਇਲਜ਼ਾਮ ਲੋਕਾਂ ਦੇ ਕਿ ਉਹਨਾਂ ਨੇ ਬੇਅਦਬੀ ਕੀਤੀ ਹੈ ਜਿਹੜੀ ਆਪ ਉਹਨਾਂ ਗੱਦੀਆਂ ਤੇ ਬੈਠ ਕੇ ਕਰ ਰਹੇ ਹੋ। ਉਹ ਕਿਤੇ ਤੁਹਾਨੂੰ ਯਾਦ ਨਹੀਂ ਆਉਂਦੀ। ਇੱਕੋ ਗੱਲ ਕਹਿ ਕੇ ਮੈਂ ਸਮਾਪਤ ਕਰਾਂ ਕਿ ਰਾਮ ਰਹੀਮ ਨੇ ਕਹਿੰਦੇ ਨੇ ਗਲਤੀ ਕੀਤੀ ਹੈ, ਉਹਨੂੰ ਪੰਥ ਚੋਂ ਛੇਕ ਦਿੱਤਾ ਤੇ ਨਾਲ ਮਿਲਵਰਤਨ ਰੋਕ ਦਿੱਤੀ ਅਕਾਲ ਤਖਤ ਦੇ ਜਥੇਦਾਰ ਨੇ, ਪਰ ਬਾਅਦ ਦੇ ਵਿੱਚ ਉਹਨੂੰ ਪੰਥ ਦੇ ਵਿੱਚ ਵਾਪਸ ਵੀ ਲੈ ਲਿਆ। ਰਾਮ ਰਹੀਮ ਵੱਲੋਂ ਜਿਹੜੀ ਬਿਆਨ ਆਇਆ ਕਿ ਮੈਂ ਤਾਂ ਮਾਫੀ ਮੰਗੀ ਕੋਈ ਨਹੀਂ, ਇਹ ਕਹਿੰਦੇ ਨਹੀਂ ਜੀ ਮਾਫੀ ਆਈ ਹੈ ਤੇ ਉਹਨੂੰ ਮਾਫ ਕਰ ਦਿੱਤਾ। ਆਪਣੇ ਆਪ ਨੂੰ ਜਥੇਦਾਰਾਂ ਨੇ ਠੀਕ ਸਿੱਧ ਕਰਨ ਵਾਸਤੇ ਕਿ ਰਾਮ ਰਹੀਮ ਨੂੰ ਮਾਫੀ ਜਿਹੜੀ ਦਿੱਤੀ ਹੈ ਉਹ ਠੀਕ ਦਿੱਤੀ ਗਈ ਹੈ। 92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦਾ ਅਖਬਾਰਾਂ ਦੇ ਇਸ਼ਤਿਹਾਰਾਂ ਤੇ ਬਰਬਾਦ ਕਰ ਦਿੱਤਾ ਕਿ ਅਸੀਂ ਠੀਕ ਸੀ। ਲੋਕ ਐਵੇਂ ਗਲਤ ਕਹਿੰਦੇ ਨੇ ਪਰ ਉਹ 92 ਲੱਖ ਰੁਪਈਆ ਖਰਚ ਕੇ ਵੀ
ਜਥੇਦਾਰ ਆਪਣੇ ਆਪ ਨੂੰ ਠੀਕ ਸਿੱਧ ਨਹੀਂ ਕਰ ਸਕੇ, ਸੱਚੇ ਸਿੱਧ ਨਹੀਂ ਕਰ ਸਕੇ। ਜਥੇਦਾਰ ਗੁਰਬਚਨ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ, ਫਿਰ ਹੋਰ ਨਵੇਂ ਜਥੇਦਾਰ ਆ ਗਏ। ਇਹ ਸਿਲਸਿਲਾ ਧਰਮ ਦੀ ਬੇਅਦਬੀ ਦਾ ਆਪ ਖੁਦ ਅਹੁਦੇਦਾਰਾਂ ਵੱਲੋਂ ਵੱਡੇ ਪੈਮਾਨੇ ਤੇ ਕੀਤਾ ਜਾ ਰਿਹਾ ਹੈ, ਪਰ ਦੋਸ਼ ਦੂਜਿਆਂ ਦੇ ਮੱਥੇ ਮੜ ਰਹੇ ਨੇ। ਬਹੁਤ ਦੁੱਖ ਵਾਲੀ ਗੱਲ ਹੈ ਕਿ ਆਮ ਜਿਹੜੀ ਸੰਗਤ ਹੈ, ਆਮ ਜਨਤਾ ਹੈ, ਜਿਹੜੇ ਇਸ ਐਡੇ ਵੱਡੇ ਧਾਰਮਿਕ ਗ੍ਰੰਥ ਜਿਹੜੇ ਕਿ ਸਰਬ ਸਾਂਝੇ ਗ੍ਰੰਥ ਮੰਨੇ ਜਾਂਦੇ ਹੈ, ਜਿਨ੍ਹਾਂ ਦੇ ਵਿੱਚ ਸਰਬ ਸਾਂਝੀ ਬਾਣੀ ਹੈ, ਹਾਂਜੀ, ਅਤੇ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ, ਇਹ ਜਿਹੜੀ ਤੁਸੀਂ ਸਿੱਧ ਕੀਤਾ ਕਿ ਰਾਜਨੀਤੀ ਜਿਹੜੀ ਜ਼ਿੰਮੇਵਾਰ ਹੈ। ਇਹ ਰਾਜਨੀਤੀ ਤੋਂ ਖਹਿੜਾ ਛਡਾਉਣ ਲਈ ਇਹਦੇ ਲਈ ਵੀ ਇੱਕ ਜੱਦੋ-ਜਹਿਦ ਕਰਨ ਦੀ ਲੋੜ ਹੈ। ਉਹ ਸਮਾਂ ਆਉਣ 'ਤੇ ਸ਼ਾਇਦ ਇਹ ਗੱਲ ਜਿੱਦਾਂ ਆਪਾਂ ਮਹਿਸੂਸ ਕਰ ਰਹੇ ਹਾਂ ਇੱਦਾਂ ਹੋਰ ਵੀ ਕਰਦੇ ਹੋਣਗੇ, ਅਤੇ ਉਹਨਾਂ ਨੂੰ ਇਸ ਵਿਚਾਰ 'ਤੇ ਇਕੱਠੇ ਹੋ ਜਾਣਾ ਚਾਹੀਦਾ। ਸ਼ੀਸ਼ਾ TV ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।